ਅਮਰੀਕਾ ਦੇ ਰਾਸ਼ਟਰਪਤੀ ਦੀ ਪੱਕੀ ਹੋਈ ਚੋਣ ਮੁਹਿੰਮ ਦੌਰਾਨ ਪ੍ਰੈਜ਼ੀਡੈਂਟ ਟਰੰਪ ਨੇ ਯੂਨਾਈਟਿਡ ਨੇਸ਼ਨਸ ਦੇ 75ਵੇਂ ਇਜਲਾਸ ਨੂੰ ਸੰਬੋਧਿਤ ਕਰਦਿਆਂ ਕੋਰੋਨਾ ਵਾਇਰਸ ਕਾਰਨ ਅਮਰੀਕਾ ਸਣੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਬਣੇ ਇਹਨਾਂ ਹਾਲਾਤਾਂ ਦੇ ਲਈ ਚੀਨ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦੱਸਦਿਆਂ ਚੀਨ ਤੇ ਵੱਡੇ ਹਮਲੇ ਕੀਤੇ। ਕੀ ਉਹਨਾਂ ਦਾ ਇਹ ਭਾਸ਼ਣ ਚੋਣਾਂ ਦੇ ਵਿੱਚ ਕੋਈ ਲਾਭ ਦਿਵਾਉਣ ਦੇ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ? ਆਓ ਜਾਣਦੇ ਹਾਂ। ਅਮਰੀਕਾ ਦੀਆਂ ਚੋਣਾਂ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਸਹੀ ਢੰਗ ਨਾਲ ਨਾ ਨਜਿੱਠ ਸਕਣ ਲਈ ਇੱਕ ਵੱਡੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਇਸ ਲਈ ਵੀ ਹੈ ਕਿ ਹੁਣ ਤੱਕ ਅਮਰੀਕਾ ਵਿੱਚ 2,02,000 ਤੋਂ ਵੱਧ ਮੌਤਾਂ ਕੋਰੋਨਾ ਵਾਇਰਸ ਨਾਲ ਹੋ ਚੁੱਕੀਆਂ ਨੇ। ਪਰੰਤੂ ਪ੍ਰੈਜ਼ੀਡੈਂਟ ਡੋਨਲਡ ਟਰੰਪ ਲਗਾਤਾਰ ਇਸ ਲਈ ਚੀਨ ਨੂੰ ਦੋਸ਼ੀ ਦੱਸਦੇ ਆਏ ਨੇ। ਹੁਣ ਵੀ UN ਦੇ ਜਨਰਲ ਇਜਲਾਸ ਵਿੱਚ ਬੋਲਦਿਆਂ ਉਹਨਾਂ ਨੇ ਇਹ ਸਾਰਾ ਦੋਸ਼ ਮੁੜ ਚੀਨ ਸਿਰ ਮੜਿਆ ਹੈ। ਸਾਡੇ ਦਰਸ਼ਕਾਂ ਨੇ ਲਗਾਤਾਰ ਵੇਖਿਆ ਹੈ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਸ ਨੂੰ ਕੋਰੋਨਾ ਵਾਇਰਸ ਨਾਲੋਂ ਚੀਨੀ ਵਾਇਰਸ ਕਹਿ ਕੇ ਜ਼ਿਆਦਾ ਸੰਬੋਧਨ ਕਰਦੇ ਨੇ। ਹੁਣ UN ਦੇ 75ਵੇਂ ਜਨਰਲ ਇਜਲਾਸ ਵਿੱਚ ਬੋਲਦਿਆਂ ਉਹਨਾਂ ਨੇ ਨਾ ਸਿਰਫ ਜਨਰਲ ਇਜਲਾਸ ਨੂੰ ਹੀ ਐਡਰੈਸ ਕੀਤਾ ਹੈ ਬਲਕਿ ਵਰਚੁਅਲ ਐਡਰੈਸ ਹੋਣ ਕਰਕੇ ਉਹਨਾਂ ਨੇ ਇਸ ਤੋਂ ਆਪਣਾ ਰਾਜਨੀਤਿਕ ਲਾਹਾ ਲੈਣ ਦੀ ਵੀ ਸਫਲ ਕੋਸ਼ਿਸ਼ ਕੀਤੀ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ ਜਨਰਲ ਇਜਲਾਸ ਵਿੱਚ ਬੋਲਦਿਆਂ ਦੁਨੀਆ ਭਰ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਨੂੰ ਫੈਲਾਉਣ ਲਈ ਚੀਨ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਦੋਸ਼ੀ ਦੱਸਿਆ ਹੈ। ਨਾ ਸਿਰਫ ਕੋਰੋਨਾ ਵਾਇਰਸ ਦਾ ਦੋਸ਼ ਹੀ ਉਹਨਾਂ ਚੀਨ ਸਿਰ ਮੜਿਆ ਹੈ ਬਲਕਿ ਚੀਨ ਵੱਲੋਂ ਸਮੁੰਦਰੀ ਪਾਣੀਆਂ ਵਿੱਚ ਮਿਲੀਅਨਸ ਟਨ ਪਲਾਸਟਿਕ ਦਾ ਕੂੜਾ ਡੰਪ ਕਰਨ ਲਈ ਵੀ ਪ੍ਰਦੂਸ਼ਣ ਫੈਲਾਉਣ ਦਾ ਜ਼ਿੰਮੇਵਾਰ ਦੱਸਿਆ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ ਇਜਲਾਸ ਦੇ ਭਾਸ਼ਣ ਵਿੱਚ ਲਾਹਾ ਲੈਂਦਿਆਂ ਆਪਣੇ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ। ਆਪਣੀ ਵਿਦੇਸ਼ ਨੀਤੀ ਨੂੰ ਸਫਲ ਕਰਾਰ ਦਿੰਦਿਆਂ ਹੋਇਆਂ ਉਹਨਾਂ ਨੇ ਸਿਲਸਿਲੇਵਾਰ ਤੇ ਤਰਤੀਬਬੱਧ ਢੰਗ ਨਾਲ ਇਹਨਾਂ ਦੇ ਵਿੱਚੋਂ ਕਈਆਂ ਦੇ ਜਵਾਬ ਦਿੱਤੇ ਨੇ। ਹੁਣੇ ਪਿਛਲੇ ਦਿਨਾਂ ਵਿੱਚ ਜਦੋਂ ਵੈਸਟ ਕੋਸਟ ਵਿੱਚ ਲੱਗੀਆਂ ਅੱਗਾਂ ਲਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਫਰਾਂਸ ਸਮਝੌਤੇ ਵਿੱਚੋਂ ਬਾਹਰ ਨਿਕਲਣ ਲਈ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ ਪਲੇਟਫਾਰਮ ਤੋਂ ਇਸ ਜਨਰਲ ਇਜਲਾਸ ਦੇ ਭਾਸ਼ਣ ਵਿੱਚ ਦੱਸਦਿਆਂ ਹੋਇਆਂ ਆਪਣਾ ਪੱਖ ਸਪਸ਼ਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਫਰਾਂਸ ਸਮਝੌਤੇ ਵਿੱਚੋਂ ਬਾਹਰ ਨਿਕਲ ਕੇ ਅਮਰੀਕਾ ਵਿੱਚ ਕਾਰਬਨ ਪ੍ਰਦੂਸ਼ਣ 50% ਘੱਟ ਕੀਤਾ ਹੈ, ਜਦੋਂ ਕਿ ਇਹਨਾਂ ਦੇ ਵਿੱਚੋਂ ਕਈ ਦੇਸ਼ ਜੋ ਇਸ ਸਮਝੌਤੇ ਦੇ ਤਹਿਤ ਕੰਮ ਕਰ ਰਹੇ ਨੇ ਉਹਨਾਂ ਦੇ ਦੇਸ਼ਾਂ ਵਿੱਚ ਪ੍ਰਦੂਸ਼ਣ 50% ਤੱਕ ਵਧਿਆ ਹੈ। ਨਾ ਸਿਰਫ ਇਹੀ ਬਲਕਿ ਉਹਨਾਂ ਨੇ ਵਿਦੇਸ਼ ਨੀਤੀ ਦੇ ਵਿੱਚ ਹੁਣੇ ਜੇ ਇਜ਼ਰਾਈਲ, ਬਹਿਰੀਨ ਤੇ UAE ਨਾਲ ਸਮਝੌਤੇ ਕਰਵਾ ਕੇ ਮਿਡਲ ਈਸਟ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਆਪਣੀ ਆਪ ਨੂੰ ਸ਼ਾਬਾਸ਼ੀ ਵੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਮਿਡਲ ਈਸਟ ਵਿੱਚ ਇਹਨਾਂ ਸਮਝੌਤਿਆਂ ਤੋਂ ਬਾਅਦ ਅਗਲੇ ਸਮਝੌਤਿਆਂ ਲਈ ਹੋਰ ਰਾਹ ਪੱਧਰਾ ਹੋਵੇਗਾ। ਉਹਨਾਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ISIS ਵੱਲੋਂ ਵੱਡੀਆਂ ਕਾਰਵਾਈਆਂ ਆਰੰਭੀਆਂ ਸਨ ਉਹਨਾਂ ਦਾ ਲੱਕ ਭੰਨਣ ਲਈ ਵੀ ਆਪਣੇ ਆਪ ਨੂੰ ਉਸ ਦਾ ਸਿਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਈਰਾਨ ਦੇ ਨਾਲ ਪਰਮਾਣੂ ਸਮਝੌਤੇ ਵਿੱਚੋਂ ਬਾਹਰ ਆ ਕੇ ਈਰਾਨ ਨੂੰ ਸਬਕ ਸਿਖਾਉਣ ਲਈ ਤੇ ਆਉਂਦੇ ਦਿਨਾਂ ਵਿੱਚ ਉਸ ਉੱਪਰ ਹੋਰ ਪਾਬੰਦੀਆਂ ਲਾਉਣ ਦੀ ਗੱਲ ਵੀ ਮੁੜ ਦੁਹਰਾਈ ਹੈ। ਸਿਰਫ ਇਹ ਹੀ ਨਹੀਂ ਬਲਕਿ ਟ੍ਰੇਡ ਦੇ ਖੇਤਰ ਵਿੱਚ ਵੀ ਜਿਸ ਤਰ੍ਹਾਂ ਨਾਲ ਚੀਨ ਅਮਰੀਕਾ ਦੀ ਲੁੱਟ ਕਰਦਾ ਰਿਹਾ ਹੈ ਉਸ ਨੂੰ ਉਹਨਾਂ ਨੇ ਕਿਹਾ ਹੈ ਕਿ ਇਸ ਲੁੱਟ ਨੂੰ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਖੁਦ ਠੱਲ ਪਾਈ ਹੈ। ਆਪਣੇ ਗੁਆਂਢੀ ਮੁਲਕਾਂ ਦੇ ਨਾਲ ਟ੍ਰੇਡ ਦੀ ਗੱਲ ਕਰਦਿਆਂ ਉਹਨਾਂ ਨੇ ਕੈਨੇਡਾ ਤੇ ਮੈਕਸੀਕੋ ਦੇ ਨਾਲ ਵੀ ਹੁਣ ਬਰਾਬਰ ਵਪਾਰਕ ਸਬੰਧਾਂ ਦੀ ਗੱਲ ਕੀਤੀ ਹੈ। ਅਜਿਹੇ ਹੋਰਨਾਂ ਮਸਲਿਆਂ ਦੇ ਬਾਰੇ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੀ ਵਿਦੇਸ਼ ਨੀਤੀ ਦਾ ਜ਼ਿਕਰ ਕੀਤਾ ਹੈ ਉੱਥੇ ਉਹ ਨਾਰਥ ਕੋਰੀਆ ਦੇ ਨਾਲ ਆਪਣੇ ਸਬੰਧਾਂ ਨੂੰ ਮੁੜ ਨਹੀਂ ਦੁਹਰਾ ਸਕੇ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਨਾਰਥ ਕੋਰੀਆ ਦੇ ਨਾਲ ਜਿਸ ਤਰ੍ਹਾਂ ਦੀ ਉਹਨਾਂ ਨੂੰ ਚੰਗੇ ਸਬੰਧਾਂ ਦੀ ਆਸ ਸੀ ਉਹ ਸੰਭਵ ਨਹੀਂ ਹੋ ਸਕਿਆ। ਹਾਲਾਂਕਿ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਨਾਰਥ ਕੋਰੀਆ ਨਾਲ ਜਿਸ ਤਰ੍ਹਾਂ ਨਾਲ ਅਮਰੀਕਾ ਦੇ ਸਬੰਧ ਬਣ ਗਏ ਸਨ ਸ਼ਾਇਦ ਉਹ ਜੰਗ ਦੀ ਕਗਾਰ 'ਤੇ ਖੜਾ ਸੀ। ਆਉਂਦੇ ਦਿਨਾਂ ਵਿੱਚ ਵੀ ਨਾਰਥ ਕੋਰੀਆ ਦੇ ਤਾਨਾਸ਼ਾਹ ਵੱਲੋਂ ਕਦੋਂ ਕਿਹੜੀ ਗੱਲ ਕੀਤੀ ਜਾਵੇਗੀ ਇਸ ਦੇ ਬਾਰੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਖੁਦ ਵੀ ਨਹੀਂ ਜਾਣਦੇ, ਪਰੰਤੂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹਨਾਂ ਚੋਣਾਂ ਦੇ ਚੱਲਦਿਆਂ UN ਦੇ ਜਨਰਲ ਇਜਲਾਸ ਵਿੱਚ ਸੰਯੁਕਤ ਰਾਸ਼ਟਰ ਦੇ ਇਸ ਪਲੇਟਫਾਰਮ ਨੂੰ ਆਪਣੀ ਚੋਣਾਵੀ ਮੁਹਿੰਮ ਲਈ ਬੜੇ ਚੰਗੇ ਢੰਗ ਨਾਲ ਵਰਤਿਆ ਹੈ ਜਿਸ ਵਿੱਚ ਉਹ ਪੂਰੀ ਤਰ੍ਹਾਂ ਨਾਲ ਸਫਲ ਹੁੰਦੇ ਦਿਸੇ ਨੇ। ਸੁਖਪਾਲ ਸਿੰਘ ਧਨੋਆ, ਵਾਸ਼ਿੰਗਟਨ DC ਬਿਊਰੋ, PTC ਨਿਊਜ਼।